ਮਸਲਿਆਂ ਨੂੰ ਲੈ ਕੇ ਉੱਚ ਪੱਧਰੀ ਵਫਦ ਨੇ ਬੀਤੇ ਦਿਨੀ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਕੀਤੀ। ਵਫਦ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜੀਤ ਸਿੰਘ ਜੀ.ਕੇ, ਸਾਂਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੂੰਦੜ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਮੌਜੂਦ ਰਹੇ। ਵਫਦ ਨੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਸਥਾਪਨਾ ਹਰਿਦੁਆਰ ਵਿਖੇ ਹਰ ਕੀ ਪੌੜੀ ਤੇ ਕਰਨ ਦੀ ਮੰਗ ਕੀਤੀ। ਗੁਰਦੁਆਰਾ ਗਿਆਨ ਗੋਦੜੀ ਸਾਹਿਬ ਜਿਹੜੀ ਹੈ ਉਹਦੀ ਲੜਾਈ ਅਕਾਲ ਤਖਤ ਦੀ ਸਰਪ੍ਰਸਤੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਮੂਹ ਜਥੇਬੰਦੀਆਂ, ਪਿਛਲੀ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਸੀਗਾ ਕਿ ਜਿਹੜੇ ਸੀਨੀਅਰ ਐਮਪੀ ਸਾਹਿਬ ਨੇ ਉਹ ਜ਼ਰੂਰ ਡੈਲੀਗੇਸ਼ਨ ਲੈ ਕੇ ਜਾਣ ਹੋਮ ਮਿਨਿਸਟਰ ਕੋਲ। ਅੱਜ ਹੋਮ ਮਿਨਿਸਟਰ ਸਾਹਿਬ ਨੂੰ ਮਿਲੇ ਸੀਗੇ ਸਰ ਪ੍ਰੇਮ ਸਿੰਘ ਚੰਦੂਮਾਜਰਾ, ਭੁੰਦਰ ਸਾਹਿਬ, ਡਾਕਟਰ ਜਸਪਾਲ ਸਿੰਘ ਔਰ ਮੈਂ, ਔਰ ਇਸ ਗੱਲ ਦੇ ਉੱਤੇ ਉਹਨਾਂ ਨੂੰ ਦੱਸਿਆ ਗਿਆ ਕਿ 1978-80 ਤੱਕ ਇਹ ਜਿਹੜਾ ਅਸਥਾਨ ਗੁਰੂ ਨਾਨਕ ਪਾਤਸ਼ਾਹ ਦਾ ਸੀਗਾ, ਇਹ ਅਸਥਾਨ ਸਾਨੂੰ ਮਿਲਣਾ ਚਾਹੀਦਾ। ਔਰ ਡਾਕਟਰ ਜਸਪਾਲ ਸਿੰਘ ਹੋਰਾਂ ਨੇ ਇਹ ਵੀ ਦੱਸਿਆ ਕਿ ਜਿਹੜੀ ਹਿੰਦੂ ਸਿੱਖਾਂ ਦੀ ਇੱਕ ਸਾਂਝ ਜਿਹੜੀ ਹਰ ਕੀ ਪੌੜੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਜਿਹਦੀ ਨੀਂਹ ਰੱਖੀ ਸੀ, ਇਹ ਉਹਦੀ ਨਿਸ਼ਾਨੀ ਹੈ, ਇਹ ਸਾਨੂੰ ਵਾਪਸ ਮਿਲਣੀ ਚਾਹੀਦੀ ਹੈ। ਹੋਮ ਮਿਨਿਸਟਰ ਨੇ ਬੜਾ ਪੋਜ਼ਿਟਿਵ ਇਸ 'ਤੇ ਰਿਸਪੌਂਸ ਦਿੱਤਾ ਔਰ ਉਸਨੇ ਆਖਿਆ ਕਿ ਮੈਂ ਸੀਐਮ ਨਾਲ ਗੱਲ ਕਰਾਂਗਾ ਔਰ ਤੁਹਾਡਾ ਜਿਹੜਾ ਡੈਲੀਗੇਸ਼ਨ ਹੈ ਉੱਤਰਾਖੰਡ ਦੇ ਸੀਐਮ ਨੂੰ ਜ਼ਰੂਰ ਮਿਲੇ ਔਰ ਸਾਨੂੰ ਇਤਰਾਜ਼ ਨਹੀਂ ਹੈ, ਇਹਦੇ ਵਿੱਚ ਚਾਹਾਂਗੇ ਕਿ ਆਪਸ 'ਚ ਮਿਲ ਬੈਠ ਕੇ ਤੁਹਾਡਾ ਫੈਸਲਾ ਹੋਣਾ ਚਾਹੀਦਾ ਹੈ। ਔਰ ਮੈਨੂੰ ਉਮੀਦ ਹੈ ਬਹੁਤ ਛੇਤੀ ਇਹ ਜਿਹੜਾ ਮਸਲਾ ਸਾਰੀ ਕੌਮ ਦੇ ਦਿਲਾਂ ਦੇ ਵਿੱਚ ਆਇਆ ਹੋਇਆ ਇਹ ਜ਼ਰੂਰ ਪੂਰਾ ਹੋਏਗਾ। 2019 'ਚ ਜਿਹੜੀ ਸ਼ਤਾਬਦੀ ਆਣੀ ਹੈ ਗੁਰੂ ਨਾਨਕ ਪਾਤਸ਼ਾਹ ਦੀ 550 ਸਾਲਾ, ਉਸ ਤੋਂ ਪਹਿਲੇ ਇਹਦਾ ਮਸਲਾ ਹੱਲ ਹੋਏ। ਇਸ ਦੇ ਨਾਲ ਹੀ ਜੰਮੂ ਕਸ਼ਮੀਰ ਦੇ ਵਿੱਚ ਵਸਦੇ ਸਿੱਖਾਂ ਨੂੰ ਘੱਟ ਗਿਣਤੀ ਕੌਮ ਦਾ ਦਰਜਾ ਦੇਣਾ, ਸ਼੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੇ ਵਿੱਚ ਕਾਨੂੰਨ ਅਨੁਸਾਰ 2 ਸਿੱਖ ਸਾਂਸਦਾਂ ਨੂੰ ਮੈਂਬਰਾਂ ਵਜੋਂ ਨਾਮਜ਼ਦ ਕਰਨਾ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਵਿੱਚ ਖਾਲੀ ਪਏ ਸਿੱਖ ਮੈਂਬਰ ਦੇ ਅਹੁਦੇ ਨੂੰ ਤੁਰੰਤ ਭਰਨ ਵਰਗੀਆਂ ਮੁੱਖ ਮੰਗਾਂ ਨੂੰ ਪ੍ਰਵਾਨ ਕਰਨ ਦੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਗਈ। ਇੰਗਲੈਂਡ ਦੇ ਵਿੱਚ ਪਹਿਲੇ ਸਿੱਖ ਸਾਂਸਦ ਬਣੇ ਤਨਮਨਜੀਤ ਸਿੰਘ ਢੇਸੀ ਦਾ ਬੀਤੇ ਦਿਨੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਮੇਟੀ ਦਫ਼ਤਰ ਵਿਖੇ ਪੁੱਜੇ ਢੇਸੀ ਨੂੰ ਅਕਾਲੀ ਸਾਂਸਦ ਬਲਵਿੰਦਰ ਸਿੰਘ ਭੂੰਦੜ, ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਕਮੇਟੀ ਦੇ ਕਈ ਹੋਰ ਮੈਂਬਰਾਂ ਨੇ ਸ਼੍ਰੀ ਸਾਹਿਬ ਅਤੇ ਕਿਤਾਬਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ। ਸਿਰਸਾ ਨੇ ਸਿੱਖ ਪਹਿਚਾਣ ਨਾਲ ਜੁੜੀਆਂ ਵਸਤੂਆਂ ਨੂੰ ਲੈ ਕੇ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੇ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਲਈ ਢੇਸੀ ਦਾ ਸਹਿਯੋਗ ਮੰਗਿਆ। ਸਿਰਸਾ ਨੇ ਇਸ ਮਸਲੇ ਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੂੰ ਇਸ ਸੰਬੰਧੀ ਭੇਜੇ ਗਏ ਮਸਲੇ ਦੀ ਜਾਣਕਾਰੀ ਵੀ ਦਿੱਤੀ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਬੜਾ ਫਖਰ ਮਹਿਸੂਸ ਕਰਦੀ ਆ। ਸਾਨੂੰ ਪੂਰਾ ਵਿਸ਼ਵਾਸ ਆ ਜਿੱਥੇ ਤੁਸੀਂ ਆਪਣੇ ਇਲਾਕੇ ਦੀ ਆਪਣੀ ਰਾਈਟਿੰਗ ਦੀ ਨੁਮਾਇੰਦਗੀ ਕਰਦੇ ਹੋਏ ਉੱਥੋਂ ਦੇ ਲੋਕਾਂ ਨੂੰ ਇਨਸਾਫ ਦਿਵਾਓਗੇ, ਉੱਥੇ ਹੀ ਦੇਸ਼ ਔਰ ਦੁਨੀਆ 'ਚ ਵਸਦੇ ਹੋਏ ਸਿੱਖ ਤੁਹਾਡੇ ਵੱਲ ਵੇਖ ਰਹੇ ਨੇ ਔਰ ਸਾਨੂੰ ਪੂਰਾ ਵਿਸ਼ਵਾਸ ਹੈ ਇਸ ਗੱਲ ਦਾ ਕਿ ਤੁਸੀਂ ਇੱਕ ਪੂਰਨ ਗੁਰਸਿੱਖ ਦੇ ਨਾਤੇ ਉਹਨਾਂ ਲੋਕਾਂ ਦੀਆਂ ਆਸ ਔਰ ਉਮੀਦਾਂ ਦੇ ਉੱਤੇ ਪੂਰਾ ਖਰਾ ਉਤਰੋਗੇ। ਜਿੱਥੇ ਮੈਂ ਬਰਤਾਨੀਆ ਦੇ ਮੁੱਦੇ ਉਠਾਏ, ਸਲਾਹੋ ਇਲਾਕੇ ਦੇ ਮੁੱਦੇ ਉਠਾਏ, ਉੱਥੇ ਮੈਂ ਜਿਹੜੇ ਅਲੱਗ-ਅਲੱਗ ਪੰਜਾਬੀ ਭਾਈਚਾਰੇ ਦੇ ਨਾਲ ਜਾਂ ਸਿੱਖ ਭਾਈਚਾਰੇ ਦੇ ਨਾਲ ਉਚੇਚੇ ਤੌਰ ਤੇ ਕਿ ਪਹਿਲੇ ਦਸਤਾਰਧਾਰੀ ਸਿੱਖ ਹੋਣ ਦੇ ਨਾਤੇ, ਜੋ ਐਮਪੀ ਹੋਣ ਦੇ ਨਾਤੇ ਮੈਂ ਉਹ ਵੀ ਮੁੱਦੇ ਉੱਥੇ ਉਠਾਏ। ਸੋ ਇਸ ਤੋਂ ਤੁਹਾਨੂੰ ਜ਼ਰੂਰ ਇਸ ਗੱਲ ਦਾ ਇਲਮ ਹੋ ਗਿਆ ਹੋਊਗਾ ਕਿ ਜੇ ਅਸੀਂ ਬੰਦਾ ਉੱਥੇ ਭੇਜਿਆ ਆ, ਜੇ ਅਸੀਂ ਇਸ ਦਾ ਸਮਰਥਨ ਕੀਤਾ ਆ, ਤਾਂ ਇਹ ਵਾਕਈ ਹੀ ਉੱਥੇ ਬੁਲੰਦ ਆਵਾਜ਼ ਬਣ ਕੇ ਸਾਡੇ ਸਾਰਿਆਂ ਦੀ ਨੁਮਾਇੰਦਗੀ ਕਰੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ, ਇਹ ਸਿੱਖਾਂ ਦੇ ਚੁਣੇ ਹੋਏ ਨੁਮਾਇੰਦੇ ਨੇ। ਸੋ ਇਹਨਾਂ ਦੇ ਨਾਲ ਕੰਮ ਕਰਨਾ ਸਾਡਾ ਫਰਜ਼ ਬਣਦਾ, ਕਿਉਂਕਿ ਤੁਸੀਂ ਜੋ 2 ਸਿਰਮੌਰ ਜਿਹੜੀਆਂ ਜਥੇਬੰਦੀਆਂ ਜੋ ਇੱਥੋਂ ਦੇ ਲੋਕਾਂ ਦੇ ਵੱਲੋਂ ਚੁਣੇ ਗਏ ਹੋਏ ਅਤੇ ਇਸ ਦੇ ਲਈ ਜੋ ਤੁਸੀਂ UNO ਦੇ ਨਾਲ ਜਿੰਨੇ ਵੀ ਕਦਮ ਚੁੱਕ ਰਹੇ ਹੋ, ਮੈਂ ਇਸ ਲਈ ਤੁਹਾਨੂੰ ਵਧਾਈ ਵੀ ਦਿੰਦਾ ਹਾਂ ਅਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਕਿ ਮੈਂ ਇਹਨਾਂ ਕਦਮਾਂ ਦੇ ਵਿੱਚ ਤੁਹਾਡਾ ਜ਼ਰੂਰ ਸਾਥ ਦੇਵਾਂਗਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਨ ਦੀ ਪ੍ਰੇਰਣਾ ਦਿੱਤੀ ਹੈ। ਕਮੇਟੀ ਵੱਲੋਂ ਰਿਆਤ ਬਹਾਰਾ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਦੇ ਨਾਲ ਮਾਤਾ ਸੁੰਦਰੀ ਕਾਲਜ ਵਿਖੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਉਸਾਰੀ ਦੇ ਲਈ ਲਗਾਏ ਗਏ ਜਾਗਰੂਕਤਾ ਮੇਲੇ ਦੌਰਾਨ ਅਧਿਆਪਕ ਵਾਂਗ ਬੋਲਦੇ ਹੋਏ ਜੀ.ਕੇ ਨੇ ਤਕਨੀਕ ਦਾ ਇਸਤੇਮਾਲ ਉਸਾਰੂ ਕੰਮਾਂ ਦੇ ਵਿੱਚ ਕਰਨ ਦੀ ਵਿਦਿਆਰਥੀਆਂ ਨੂੰ ਨਸੀਹਤ ਦਿੱਤੀ।
ਵਿਸ਼ਵ ਦੀਆਂ ਮੋਹਰੀਆਂ ਕੰਪਨੀਆਂ ਗੂਗਲ, ਸਿਮਨਸ, IBS, Oracle ਅਤੇ IRSC ਦੀ ਨਵੇਕਲੀ ਤਕਨੀਕ ਦੀ ਵਰਤੋਂ ਕਰਕੇ ਤਿਆਰ ਕੀਤੇ ਗਏ ਖਾਸ ਡਿਗਰੀ ਕੋਰਸ ਦੇ ਵਿੱਚ ਵਿਦਿਆਰਥੀਆਂ ਨੂੰ ਦਾਖਲੇ ਲੈਣ ਲਈ ਉਤਸ਼ਾਹਿਤ ਕਰਨ ਵਾਸਤੇ ਕਮੇਟੀ ਨੇ ਉਕਤ ਪ੍ਰੋਗਰਾਮ ਦਾ ਪ੍ਰਬੰਧ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। I welcome Sardar Gurvinder Singh Bhara ji, Dr. Sandeep Kaura ji, the associate companies like Google, IBM, Oracle, Indian Railways, ICI, the representatives from these organizations, Raj Singh, Vice Chancellor Rahat Bhara, Vikram ji, Sahib Kulmohan Singh ji, our Director General Sahib, and especially the team, Director General and Vaneet ji and Dean Madam who have organized all this thing. I think when I was sitting over there and I was listening to the gentlemen who were representing the different organizations, and then the question and answer session, when students were asking the questions, I think I went millions of years back. When I was a student like you, in our history, we studied the evolution of man. And then also, there were few inventions, which changed the mankind, the living of the mankind. It was the discovery of fire. It was the invention of wheel. So these small, which you will look down that these are very small things, but I think they kept the foundation of where you have reached today. The companies like Google, Oracle, IBM, Indian Railways or things like that, I think nobody have dreamt these things in those years. Forget about those years. If I go 50 years or 30 years back, even then, it was like a dream. This is a country, children, you must be proud of it. We say, Sada mulk diverse hai. We have a diverse country. We are a diverse country. But we are not only diverse in languages and religion and these things. We are diverse in many ways. You will still find a woman in a remote part of village और चूल्हे दे विच फूका मार रही होएगी, लेकिन you will find in this country that our scientists have sent a satellite with 104 satellites in that rocket which was launched from India. I think this was a record. Nobody in the world has ever done it. So as a student, I think you will be getting an inspiration. There were questions from the children which were very important. On reservation, yes, there was a question from you. I think you people are aware of the problems faced by you, your elders, your predecessors, or even the generations to come. If I say that there's a joke, they say America invented a needle which cannot be seen with the naked eye. They send it to Japan. They say, what can you do with this? And this is a very famous joke. They say that they made a drill into that needle which cannot be seen with the naked eye. And they sent it to India. The people were in trouble that what to do about it. They sent it to Ludhiana. There's a word called जुगाड़. हिंदुस्तान च अज भी जुगाड़ चल रहा है. ਉਹਦੇ ਉੱਤੇ ਉਹਨਾਂ ਨੇ ਮੇਡ ਇਨ ਇੰਡੀਆ ਦੀ ਸਟੈਂਪ ਲਾਤੀ. ਮੈਂ ਸਮਝਦਾ ਕਿ ਅੱਜ ਵੀ ਮੈਂ ਤੁਹਾਨੂੰ ਦੋ ਐਗਜ਼ਾਮਪਲ ਦਿੰਦਾ which happened with me, not with anybody else. I am talking of good 1982. My
Uncle had a car called Toyota Corona. When the synchronized gearbox came, the Toyota Corolla, it had a 5th gear. We used to have 3 gears or 4 gears, but the technology came with the 5th gear. The 5th gear started slipping. वो slip मारन लग पिया. Toyota company ਦੀ ਇੱਥੇ ਕੋਈ workshop ਨਹੀਂ ਸੀਗੇ. They went over to Japan. They wrote there ਕਿ ਭਈ ਅਸੀਂ ਕੀ ਕਰੀਏ. ਇੱਥੇ ਜਿਹੜੀ ਕੋਈ ਵੱਡੀ ਵਰਕਸ਼ਾਪ ਸੀਗੀ ਉਹਨਾਂ ਨੇ ਦੱਸਿਆ ਜੀ ਇਹਦੇ ਤੇ 1.5 ਲੱਖ ਰੁਪਏ ਦਾ ਖਰਚਾ ਉਸ ਜ਼ਮਾਨੇ ਦੇ ਵਿੱਚ, ਇਹਦਾ ਗੇਅਰ ਬਕਸ ਇੰਪੋਰਟ ਹੋਏਗਾ ਜਾਂ ਇਹਦਾ ਕੀ ਹੋਏਗਾ. ਆਈ ਨਿਊ ਅ ਮਿਸਤਰੀ, ਅ ਮੁਸਲਿਮ ਮਿਸਤਰੀ, ਅਸੀਂ ਉਸ ਨੂੰ ਮੀਆਂ ਜੀ ਆਖਦੇ ਸੀ. ਆਈ ਵੈਂਟ ਟੂ ਹਿਮ, ਕਹਿੰਦਾ ਸਾਹ ਸਾਹਿਬ ਯੂ ਲੀਵ ਯੂਰ ਕਾਰ ਓਵਰ ਹੇयर एंड विल टॉक 2 days आफ्टर. मैं क्या देखा ऐसा मत कर देना कि गाड़ी की कहीं वो ख़त्म हो जाए वारंटी वगैरह. आफ्टर 2 days when I went there, he said your car is taken care of, now this gear is not slipping. I was amazed कि ना इन्हें कोई पार्ट मंगवाया तो मंगया कि मेरे को 200 कुछ रुपए. मैं उसने कहा तो कीता की. Now you people are technically sound. You have the ਗਰਾਰੀ ਜਿਹਨੂੰ ਕਹਿੰਦੇ ਆ ਨਾ, ਪਹਿਲੇ ਗੇਅਰ ਦੀ, ਦੂਜੇ ਗੇਅਰ ਦੀ, ਤੀਜੇ ਗੇਅਰ ਦੀ, ਚੌਥੇ ਦੀ, ਪੰਜਵੇਂ ਦੀ ਲਾਸਟ ਗਰਾਰੀ ਸੀ. ਉਹਦੇ on one side there were teeths which were you need very precise machine to do that job. What he did was he took out that gear. ਉਹਦੇ back side ਤੇ ਕੋਈ ਗਰਾਰੀਆਂ ਨਹੀਂ ਸੀਗੀਆਂ. ਉਸਨੇ ਮਸ਼ੀਨ ਤੇ ਉਸੇ ਰੇਡੀਅਸ ਦੀਆਂ ਗਰਾਰੀਆਂ ਕਢਵਾ ਲੀਆਂ और ਉਸੇ ਮਟੀਰੀਅਲ ਨੂੰ, ਕਿਉਂਕਿ ਅਗਰ ਨਵਾਂ ਲਗਾਉਂਦਾ ਤਾਂ ਉਸਨੂੰ ਟੈਂਪਰ ਕਰਨਾ ਪੈਣਾ ਸੀ, ਹੀਟ ਟ੍ਰੀਟ ਕਰਨਾ ਪੈਣਾ ਸੀ, ਉਸਨੂੰ ਇੰਡਕਸ਼ਨ ਹਾਰਡਨਿੰਗ ਕਰਨੀ ਪੈਣੀ ਸੀਗੀ. He made the grooves on the reverse side of that gear and put it like this, the reverse side. A wala side free sigi and there was no slipping of the gear of the 5th gear. Now you need to have a brain. ਜਿਹੜੀ ਗੱਲ ਉਹਨਾਂ ਨੇ ਕਹੀ ਨਾ ਕਿ ਤੁਹਾਨੂੰ ਰਿਜ਼ਰਵੇਸ਼ਨ ਰੋਕੇਗੀ ਨਹੀਂ ਕਿਤੇ, ਤੁਹਾਨੂੰ ਰਾਹ ਦੇ ਦੇਗੀ, ਬਟ ਤੁਹਾਡਾ ਦਿਮਾਗ ਚੱਲਣਾ ਚਾਹੀਦਾ ਹੈ, ਤੁਹਾਨੂੰ ਰਾਹ ਦਿਖਣੇ ਚਾਹੀਦੇ ਨੇ. Another case, Sir Charanjit Singh, who was a big industrialist, is no more. He was owner of Pure Drinks, Meridian Hotel ਉਹਨਾਂ ਦਾ. Mercedes, the biggest model, ਅੱਜ ਤੱਕ Mercedes Maybach produce ਕਰਦੀ ਹੈ, the biggest model of car they used to produce was S460. He imported that car and suddenly there was some noise in the engine. He had a workshop, this truck workshop which used to deliver Coca-Cola crates. He called the chief mechanic and he said, sir, there's some noise in the engine. He got annoyed. What are you talking to? Trucks ਦਾ driver ਹੈ, ਤੂੰ ਕੀ ਦੱਸੇਗਾ ਇਹ Mercedes ਬਾਰੇ? ਕਹਿੰਦਾ no sir, there is some problem. The engineers came. They said yes, your timing chain is giving the problem. ਨਵੀਂ ਗੱਡੀ ਸੀਗੀ, ਹਿੰਦੁਸਤਾਨ ਚ ਇੱਕੋ ਸੀਗੀ, ਟਾਈਮਿੰਗ ਚੇਨ ਮੰਗਵਾਈ ਗਈ. ਮਕੈਨਿਕ ਉਹਦਾ ਜਿਹੜੇ ਇੰਜੀਨੀਅਰ ਸੀਗੇ ਆਏ, ਉਹਨਾਂ ਨੇ ਕਿਹਾ ਸਰ ਵੀ ਨੀਡ ਟੂ ਟੇਕ ਦਿਸ ਟੂ ਅ ਵਰਕਸ਼ਾਪ ਐਂਡ ਹੀ ਟੁੱਕ ਦੈਮ ਫॉर ਅ ਲੰਚ. ਜਦੋਂ ਲੰਚ ਤੋਂ ਵਾਪਸ ਆਇਆ ਨਾ ਤੇ ਮਕੈਨਿਕ ਜਿਹੜਾ ਸੀ ਉਹਨੂੰ ਕਹਿੰਦਾ ਵੀ ਇਹ ਗੱਡੀ ਨੂੰ ਹੁਣ ਕਿੱਦਾਂ ਕਰਨਾ. ਕਹਿੰਦੇ ਜੀ ਕਿਤੇ ਲਿਜਾਣ ਦੀ ਲੋੜ ਨਹੀਂ, ਮੈਂ ਦੀ ਟਾਈਮਿੰਗ ਚੇਂਜ, ਆਈ ਹੈਵ ਚੇਂਜ ਦ ਟਾਈਮਿੰਗ ਚੇਂਜ. ਐਂਡ ਯੂ ਨੋ ਹੀ ਵਾਸ ਸ਼ੌਕਡ. ਹੀ ਸੈਡ ਤੂੰ ਮੇਰੀ ਗੱਡੀ ਖਰਾਬ ਕਰਤੀ ਹੋਣੀ ਹੈ. ਕਹਿੰਦਾ ਨਹੀਂ ਸਰ, ਇਹ ਤਾਂ ਸੈਲਫ ਮਾਰੋ, ਆਵਾਜ਼ ਨਹੀਂ ਹੈਗੀ. ਉਸਨੇ ਗੱਡੀ ਸਟਾਰਟ ਕੀਤੀ, there was no sound, there was no noise. Now the thing is, what he did, ਉਸਨੇ ਉਹਦਾ ਹੈਡ ਕਵਰ ਖੋਲ੍ਹਿਆ. ਚੇਨ ਦੇ ਵਿੱਚ ਲੌਕਸ ਹੁੰਦੇ ਨੇ, ਉਸਨੇ ਨਵੀਂ ਚੇਨ ਦਾ ਲੌਕ ਪੁਰਾਣੀ ਨਾਲ ਫਸਾਇਆ, ਇੱਕ ਪਾਸੇ ਸੈਲਫ ਮਾਰਦਾ ਚਲੇ ਗਿਆ, ਦੂਜੇ ਪਾਸੇ ਚੇਨ ਨਿਕਲਦੀ ਗਈ. ਵੈਨ ਦੀ ਓਲਡ ਕੇਮ ਆਊਟ ਐਂਡ ਦੀ ਨਿਊ ਵਾਸ ਵੈਲਿਡ, ਉਹਨੇ ਲੌਕ ਵਾਪਸ ਜੋੜ ਦਿੱਤਾ. ਨਾਓ ਦਿਸ ਇਜ਼ ਇਹ ਬੁੱਕਸ ਨਹੀਂ ਸਿਖਾਉਣਗੀਆਂ, ਇਹ ਤੁਹਾਨੂੰ ਤੁਹਾਡਾ ਸਬਜੈਕਟ ਨਹੀਂ ਸਿਖਾਏਗਾ. ਲੇਕਿਨ ਜੇ ਹੁਣੇ ਤੁਹਾਡੇ ਸਾਹਮਣੇ ਦੱਸਿਆ ਆਸ਼ੀਸ਼ ਜੀ ਨੇ ਕਿ ਛੋਟੀ ਉਮਰ 'ਚ ਬੱਚੇ ਨੇ ਜੋ ਕਰ ਦਿੱਤਾ ਹੈ, ਇਹ ਕਿਸੇ ਕਿਤਾਬ ਕਿਸੇ ਉਸ ਤੋਂ ਤਾਂ ਨਹੀਂ ਸਿੱਖਿਆ ਨਾ. It is your environment which teaches you. You need to be aware of everything going around you and in a positive way and try to solve these solutions. And God has gifted you a brain ਜਿਹੜਾ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦੇਗਾ. ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਗੁਰਦੁਆਰਾ ਬੰਗਲਾ ਸਾਹਿਬ ਅਤੇ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਵੱਡੀ ਗਿਣਤੀ ਦੇ ਵਿੱਚ ਲੰਗਰ ਤਿਆਰ ਕਰਕੇ ਜੰਤਰ ਮੰਤਰ ਭੇਜਿਆ ਜਾਂਦਾ ਹੈ ਤਾਂ ਜੋ ਉੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਪ੍ਰਦਰਸ਼ਨਕਾਰੀ ਭੁੱਖੇ ਨਾ ਰਹਿਣ. ਲਿਹਾਜ਼ਾ ਲੰਗਰ ਦੀ ਰਸਦ ਦੇ ਉੱਤੇ GST ਲਾਗੂ ਹੋਣ ਤੋਂ ਬਾਅਦ ਵੀ ਇਹ ਪ੍ਰਕਿਰਿਆ ਬਾਦਸਤੂਰ ਜਾਰੀ ਰਹੀ ਅਤੇ ਬੀਤੇ ਹਫ਼ਤੇ ਤਮਿਲਨਾਡੂ ਤੋਂ ਆਏ ਕਿਸਾਨਾਂ ਦੇ ਲਈ ਵਿਸ਼ੇਸ਼ ਤੌਰ ਤੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਲੰਗਰ ਤਿਆਰ ਕਰਕੇ ਜੰਤਰ ਮੰਤਰ ਭੇਜਿਆ ਗਿਆ
ਧਰਨੇ ਤੇ ਬੈਠੇ ਕਿਸਾਨਾਂ ਨੇ ਸਾਫ਼ ਕਿਹਾ ਕਿ ਉਹ ਤਮਿਲਨਾਡੂ ਤੋਂ ਆਏ ਨੇ ਅਤੇ ਜੇਕਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਨਾਂ ਨੂੰ ਸਹਿਯੋਗ ਨਾ ਮਿਲਦਾ ਤਾਂ ਉਹਨਾਂ ਦਾ ਧਰਨਾ ਕਈ ਹਫ਼ਤਿਆਂ ਪਹਿਲਾਂ ਹੀ ਖਤਮ ਹੋ ਜਾਂਦਾ। ਲਿਹਾਜ਼ਾ ਕਈ ਅਖਬਾਰਾਂ ਨੇ ਵੀ ਇਹ ਖਬਰ ਛਾਪੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਮਿਲਨਾਡੂ ਤੋਂ ਆਏ ਕਿਸਾਨਾਂ ਦੇ ਲਈ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਜੰਤਰ ਮੰਤਰ ਤੋਂ ਪ੍ਰਕਾਸ਼ ਆਪਣੇ ਸਾਥੀਆਂ ਨਾਲ ਚੱਲ ਕੇ ਗੁਰਦੁਆਰਾ ਬੰਗਲਾ ਸਾਹਿਬ ਆ ਲੰਗਰ ਹਾਲ ਆ ਜਿੱਥੇ ਲੰਗਰ ਪੱਕਦਾ ਆ। ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜੀ ਸੰਗਤ ਆ ਸੇਵਾ ਕਰ ਰਹੀ ਆ ਲੰਗਰ ਦੀ। ਪ੍ਰਸ਼ਾਦੇ ਪੱਕ ਰਹੇ ਨੇ, ਬਕਾਇਦਾ ਸਬਜ਼ੀਆਂ ਦਾਲ ਫੁਲਕਾ ਜਿਹੜਾ ਉਹ ਤਿਆਰ ਹੋ ਰਿਹਾ ਤੇ ਇਸ ਦੇ ਨਾਲ ਹੀ ਜਿਹੜਾ ਪਿਛਲੇ ਬੰਨੇ ਹਾਲ ਹੈ ਜਿੱਥੇ ਕਿ ਸੰਗਤ ਲੰਗਰ ਛਕਦੀ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਹਾਲ ਜਿਹੜਾ ਭਰਿਆ ਪਿਆ ਤੇ ਇਹ ਜਿਹੜੀ ਲੰਗਰ ਹੈ ਉਹ ਗੁਰੂ ਦਾ ਅਤੁੱਟ ਵਰਤ ਰਿਹਾ ਹੈ ਬੰਗਲਾ ਸਾਹਿਬ ਦੇ ਵਿੱਚ। ਲੇਕਿਨ ਜਿਹੜੀ ਪ੍ਰਕਾਸ਼ ਦੀ ਸਮੱਸਿਆ ਹੈ ਜਾਂ ਇਹ ਕਿਹਾ ਜਾਏ ਕਿ ਜੋ ਪ੍ਰਕਾਸ਼ ਦਿੱਕਤ ਹੈ ਕਿ ਜਿਹੜਾ ਰੋਜ਼ ਬੰਗਲਾ ਸਾਹਿਬ ਆਉਂਦੇ ਨੇ ਤੇ ਪ੍ਰਸ਼ਾਦਾ ਲੈਣ ਆਉਂਦੇ ਨੇ, ਉਹਨਾਂ ਨੂੰ ਪੁਲਿਸ ਨੇ ਵੀ ਥੋੜਾ ਜਿਹਾ ਤੰਗ ਕੀਤਾ। ਇੱਥੇ ਉਹ ਸਾਰੇ ਉਹ ਸੇਵਾਦਾਰ ਉਹ ਵੀਰ ਮੌਜੂਦ ਨੇ ਜੋ ਉਹਨਾਂ ਨੂੰ ਰੋਜ਼ ਲੰਗਰ ਦਿੰਦੇ ਨੇ। ਇਹ ਰੋਜ਼ ਆਉਂਦੇ ਇੱਥੇ ਲੰਗਰ ਲੈਣ ਤੇ ਰੋਜ਼ ਦਿੰਦੇ ਜੇ? ਹਾਂਜੀ ਵੀਰ ਜੀ, ਇਹ ਡੇਲੀ ਲੰਗਰ ਲੈਣ ਆ ਰਹੇ ਨੇ ਸਾਡੇ ਕੋਲ ਔਰ ਸਾਨੂੰ ਸਾਡੇ ਪ੍ਰਧਾਨ ਸਾਹਿਬ ਸਰਦਾਰ ਮਨਜੀਤ ਸਿੰਘ ਜੀਕੇ ਜੀ ਔਰ ਮਨਜਿੰਦਰ ਸਿੰਘ ਸਿਰਸਾ ਜੀ ਦਾ ਆਦੇਸ਼ ਹੋਇਆ ਹੈ ਕਿ ਇਹ ਜੋ ਵੀ ਚੀਜ਼ ਮੰਗਦੇ ਨੇ ਇਹਨਾਂ ਨੂੰ ਦਿਓ। ਰੋਜ਼ ਆਉਂਦੇ ਜੀ ਲੈਣ ਵਾਸਤੇ? ਹਾਂਜੀ ਰੋਜ਼ ਆ ਰਹੇ ਨੇ। ਜ਼ੁਬਾਨ ਦੀ ਦਿੱਕਤ ਪੈਂਦੀ ਹੈ ਕਿਉਂਕਿ ਇਹਨਾਂ ਨੂੰ ਹਿੰਦੀ ਜਾਂ ਪੰਜਾਬੀ ਨਹੀਂ ਸਮਝ ਆਉਂਦੀ? ਥੋੜੀ ਜਿਹੀ ਇਸ਼ਾਰੇ ਨਾਲ ਸਮਝਾ ਦੇਣਾ ਇਹਨਾਂ ਨੂੰ, ਜਿਹੜੀ ਚੀਜ਼ ਚਾਹੀਦੀ ਹੁੰਦੀ ਹੈ ਨਾ ਇਹਨਾਂ ਨੂੰ ਉਹ ਇਸ਼ਾਰੇ ਨਾਲ ਸਮਝਾ ਦੇਣੇ। ਕੋਈ ਹਲਕੀ ਹਲਕੀ ਹਿੰਦੀ ਬੋਲਦੇ ਨੇ ਥੋੜੀ ਜੀ, ਉਹਨਾਂ ਗੁਜ਼ਾਰੇ ਲਾਇਕ ਹੋ ਜਾਂਦਾ। ਜੋ ਚੀਜ਼ ਮੰਗਦੇ ਨੇ ਅਸੀਂ ਸਾਰੀ ਚੀਜ਼ਾਂ ਦੇ देते हैं। प्रकाश, यू कम here daily basis, right? So कुछ प्रॉब्लम आता है, कुछ दिक्कत होती है कभी? Where sir, in that place, they are so kind sir. They are very support to us. That is the reason we are agitate in that place safely and we have a good health. Without Gurudwara we don't do anything. And they also said the BJP people come and threatened, but they don't care about anything. They doesn't give a partiality to anyone. They always supporting the all people. The people who are fasting, they are come and then eat like this manner. They have to sit and then eat. They have completed that. ਇਹ ਪ੍ਰਕਾਸ਼ ਇਹ ਦੱਸਣਾ ਚਾਹ ਰਹੇ ਨੇ ਕਿ ਲੋਕ ਇੱਥੇ ਆਉਂਦੇ ਨੇ ਪ੍ਰਸ਼ਾਦਾ ਛਕਦੇ ਨੇ ਬਿਨਾਂ ਕਿਸੇ ਦਿੱਕਤ ਤੋਂ ਆਉਂਦੇ ਨੇ। ਕਹਿੰਦੇ ਥੋੜੀ ਜ਼ੁਬਾਨ ਦੀ ਦਿੱਕਤ ਜ਼ਰੂਰ ਆਉਂਦੀ ਹੈ ਲੇਕਿਨ ਨਾਲੇ ਤਾਰੀਫ ਜ਼ਰੂਰ ਕਰਦੇ ਨੇ ਕਿ ਇੱਥੇ ਆਈਦਾ ਆ ਤੇ ਕਿਸੇ ਤਰੀਕੇ ਦੀ ਦਿੱਕਤ ਨਹੀਂ ਹੁੰਦੀ, ਜੋ ਮੰਗੀਦਾ ਲੈ ਕੇ ਜਾਈਦਾ। ਤੇ ਇਹ ਸ਼ਾਇਦ ਸਿੱਖ ਧਰਮ ਜਾਂ ਗੁਰੂ ਘਰ ਦੀ ਸਭ ਤੋਂ ਵੱਡੀ ਸਿਫਤ ਇਹ ਵੇ ਕਿ ਸਾਡੇ ਧਰਮ ਦੇ ਵਿੱਚ ਕਿਸੇ ਤਰੀਕੇ ਦੀ ਊਚ ਨੀਚ ਜਾਤ ਪਾਤ ਨਹੀਂ। ਆ ਲੰਗਰ ਦੀਆਂ ਜਿਹੜੀਆਂ ਪੰਕਤਾਂ ਲੱਗੀਆਂ ਨੇ ਇਹ ਇਸ ਗੱਲ ਦਾ ਸਿੱਧੇ ਤੌਰ ਤੇ ਇੱਕ ਜਵਾਬ ਹੈ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਉਸ ਦਾ ਇੱਕ ਦੁਨੀਆ ਨੂੰ ਉਦਾਹਰਣ ਹੈ ਕਿ ਕਿਸੇ ਦੀ ਕੋਈ ਜਾਤ ਪਾਤ ਨਹੀਂ ਦੇਖੀ ਜਾਂਦੀ। ਜਿਸ ਨੂੰ ਜ਼ਰੂਰਤ ਹੈ ਗੁਰੂ ਘਰ ਦੀ ਉਹ ਆਉਂਦਾ ਹੈ ਤੇ ਗੁਰੂ ਘਰ ਤੋਂ ਜਿਹੜੀ ਦਾਤ ਦੀ ਉਹਨੂੰ ਬਖਸ਼ਿਸ਼ ਦਿੱਤੀ ਜਾਂਦੀ ਹੈ ਉਹ ਲੈ ਕੇ ਜਾਂਦਾ ਹੈ। For the first 17 days, the farmers of Tamil Nadu sit in the road, agitate in the road, sleep in the road, eat in the road. Nobody bother about us. We are living here only with the help of the Gurudwara. The Gurudwara people don't give food. Some people died here. The Gurudwara saved us. So Gurudwara people help us. They give the food for 3 days, 3 times. They save our life. You just went to Gurdwara for langar, so Gurdwara always helps you? 100% Gurudwara people helping us. If you'll go there, immediately they give the food for us. No single word to refuse. They daily, at the moment I went there, they are helping us. They are saving our life. This is a democracy country. It is the duty of the Prime Minister. The duty of the Minister save the farmers. In Delhi, they are not saving. They are threatening us. At the same time, Gurudwara people are helping us. They're giving the food. They're giving the bread. They're giving the water. All things they have given us. What do you want to say to Gurdwara committee or Sikh people? You are the God. For Tamil Nadu Kisan, more or less you are God. ਇੱਕ ਤਸਵੀਰ ਹੈ ਸ਼ਾਇਦ ਉਸ ਮੁਲਕ ਦੀ ਜਿੱਥੇ ਕਿ ਕਿਸਾਨ ਲੋਕਾਂ ਨੂੰ ਰੋਟੀ ਦੇ ਰਿਹਾ ਹੈ। ਉਹਨਾਂ ਦਾ ਇੱਕ ਹੀ ਕਹਿਣਾ ਹੈ ਕਿ ਜੇਕਰ ਗੁਰਦੁਆਰਾ ਨਾ ਹੁੰਦਾ ਤਾਂ ਗੁਰਦੁਆਰੇ ਤੋਂ ਬਿਨਾਂ ਸ਼ਾਇਦ ਇੱਥੇ ਜੀਣਾ ਮੁਸ਼ਕਲ ਹੋ ਜਾਂਦਾ। ਗੁਰਦੁਆਰਾ ਉਹਨਾਂ ਨੂੰ ਤਿੰਨੇ ਸਮੇਂ ਦੀ ਰੋਟੀ ਦੇ ਰਿਹਾ, ਉੱਥੋਂ ਲੰਗਰ ਆਉਂਦਾ, ਉੱਥੇ ਉਹ ਜਾਂਦੇ ਨੇ, ਨਹਾਉਂਦੇ ਨੇ, ਰਹਿੰਦੇ ਨੇ, ਖਾਂਦੇ ਨੇ ਤੇ ਕਦੀ ਗੁਰਦੁਆਰੇ ਨੇ ਉਹਨਾਂ ਨੂੰ ਇਹ ਨਹੀਂ ਪੁੱਛਿਆ ਕਿ ਉਹ ਕਿੱਥੋਂ ਆਏ ਨੇ। ਆ ਇੱਕ ਬਾਨਗੀ ਹੈ ਇਸ ਜੰਤਰ ਮੰਤਰ ਦੀ ਜਿੱਥੇ ਪੂਰੇ ਦੇਸ਼ ਤੋਂ ਚੱਲ ਕੇ ਲੋਕ ਆਉਂਦੇ ਨੇ ਪ੍ਰਦਰਸ਼ਨ ਕਰਨ ਵਾਸਤੇ। ਹਜ਼ਾਰਾਂ ਦੀ ਸੰਖਿਆ 'ਚ ਲੋਕ ਇੱਥੇ ਪਹੁੰਚਦੇ ਨੇ ਜੋ ਪ੍ਰਦਰਸ਼ਨਕਾਰੀ ਹੁੰਦੇ ਨੇ, ਆਪਣੀਆਂ ਮੰਗਾਂ ਲੈ ਕੇ ਆਉਂਦੇ ਨੇ। ਤੇ ਇੱਥੇ ਲਾਗੇ ਹੀ ਕਿਉਂਕਿ ਕਨਾਟ ਪਲੇਸ ਦੇ ਨਾਲ ਗੁਰਦੁਆਰਾ ਬੰਗਲਾ ਸਾਹਿਬ ਤੇ ਰਕਾਬਗੰਜ ਸਾਹਿਬ ਦੋਵੇਂ ਬਿਲਕੁਲ ਕੋਲ ਨੇ ਤੇ ਲੋਕੀ ਉੱਥੇ ਜਾਂਦੇ ਨੇ, ਖਾਂਦੇ ਨੇ, ਰਹਿੰਦੇ ਨੇ, ਨਹਾਉਂਦੇ ਨੇ, ਆਪਣੀਆਂ ਜ਼ਰੂਰਤ ਦੀਆਂ ਜਿਹੜੀਆਂ ਨਿਤ ਕਰਮ ਦੀਆਂ ਜ਼ਰੂਰਤਾਂ ਨੇ ਉਹ ਪੂਰੀਆਂ ਕਰਦੇ
ਕਰਦੇ ਨੇ ਤੇ ਸ਼ਾਇਦ ਇੱਕ ਬੜੀ ਵੱਡੀ ਸਿੱਖ ਕੌਮ ਵਾਸਤੇ ਮਾਣ ਦੀ ਗੱਲ ਹੈ ਕਿ ਇੱਥੇ ਆਉਣ ਵਾਲੇ ਕਿਸੇ ਧਰਮ ਦਾ ਕਿਸੇ ਕੌਮ ਦਾ ਉਹ ਸ਼ਖਸ ਹੋਵੇ ਉਹਦੀ ਮਦਦ ਦਿਲ ਖੋਲ ਕੇ ਕੀਤੀ ਜਾਂਦੀ ਹੈ। ਅਖਬਾਰਾਂ ਦੇ ਵਿੱਚ ਖਬਰ ਨਸ਼ਰ ਹੋਣ ਤੋਂ ਬਾਅਦ ਦੁਬਾਰਾ ਤੋਂ ਲੰਗਰ ਦੀ ਰਸਦ ਦੇ ਉੱਤੇ GST ਹਟਾਉਣ ਦੀ ਮੰਗ ਸ਼ੁਰੂ ਹੋ ਗਈ। ਤੁਹਾਨੂੰ ਇਹ ਦੱਸਦੇ ਹਾਂ ਕਿ ਇਹ ਪੂਰਾ ਵਿਵਾਦ ਸ਼ੁਰੂ ਕਿੱਥੋਂ ਹੋਇਆ ਸੀ। ਦੇਸ਼ ਭਰ ਦੇ ਵਿੱਚ GST ਲਾਗੂ ਹੋਣ ਤੋਂ ਬਾਅਦ ਸਾਰੀਆਂ ਹੀ ਧਾਰਮਿਕ ਸੰਸਥਾਵਾਂ ਇਸ ਦੇ ਦਾਇਰੇ ਦੇ ਵਿੱਚ ਆਈਆਂ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸੇ ਬਾਬਤ ਬੀਤੇ ਦਿਨੀ ਦੇਸ਼ ਦੇ ਖਜ਼ਾਨਾ ਮੰਤਰੀ ਅਰੁਣ ਜੇਟਲੀ ਦੇ ਨਾਲ ਮੁਲਾਕਾਤ ਕੀਤੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਇਸ ਸੰਬੰਧੀ ਖਜ਼ਾਨਾ ਮੰਤਰੀ ਨੂੰ ਭੇਜੇ ਗਏ ਪੱਤਰ ਦੀ ਵੀ ਜਾਣਕਾਰੀ ਦਿੱਤੀ। ਦੱਸ ਦਈਏ ਕਿ ਭਾਰਤ ਦੇ ਖਜ਼ਾਨਾ ਮੰਤਰੀ ਅਰੁਣ ਜੇਟਲੀ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਗਿਆ ਹੈ ਕਿ ਜੇਕਰ ਲੰਗਰ ਦੀ ਰਸੀਦ ਦੇ ਉੱਤੇ GST ਲਾਗੂ ਹੋਵੇਗਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਸਾਲਾਨਾ 10 ਕਰੋੜ ਰੁਪਏ ਦਾ ਲੈ ਕੇ ਸਾਬਕਾ ਫੌਜੀਆਂ ਦੇ ਵੱਲੋਂ ਕਈ ਦਿਨਾਂ ਤੱਕ ਜੰਤਰ ਮੰਤਰ ਤੇ ਦਿੱਤੇ ਧਰਨੇ ਦਾ ਚੇਤਾ ਕਰਵਾਉਂਦੇ ਹੋਏ ਜੀਕੇ ਨੇ ਕਿਹਾ ਕਿ ਜਿੱਥੇ ਸਰਕਾਰਾਂ ਪਿੱਛੇ ਹਟ ਜਾਂਦੀਆਂ ਨੇ, ਸਰਦਾਰ ਉੱਥੇ ਵੀ ਮਨੁੱਖਤਾ ਦੀ ਸੇਵਾ ਕਰਨ ਦੇ ਲਈ ਪਹੁੰਚ ਜਾਂਦੇ ਨੇ। ਦਿੱਲੀ ਕਮੇਟੀ ਲੰਗਰ ਭੇਜਣ ਵੇਲੇ ਕਿਸੇ ਵੀ ਸਿਆਸੀ ਪਾਰਟੀ ਦੇ ਪ੍ਰਦਰਸ਼ਨ ਨੂੰ ਸਿਆਸੀ ਨੀਅਤ ਦੇ ਨਾਲ ਨਹੀਂ ਵੇਖਦੀ। ਇਸੇ ਲਈ ਲੰਗਰ ਦੀ ਰਸੀਦ ਨੂੰ ਟੈਕਸ ਛੂਟ ਦੇ ਕੇ ਸਰਕਾਰ ਆਮ ਲੋਕਾਂ ਦਾ ਭਲਾ ਕਰ ਸਕਦੀ ਹੈ।